ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸਮਾਜ ਦੇ ਵਿੱਚ ਗੁਰਦੁਆਰਾ ਸਾਹਿਬ ਪ੍ਰਤੀ ਵੱਖ-ਵੱਖ ਆਪੋ ਆਪਣੇ ਨਜ਼ਰੀਏ ਹਨ। ਕੋਈ ਗੁਰਦੁਆਰਾ ਸਾਹਿਬ ਨੂੰ ਕੇਵਲ ਵਰਸ਼ਿਪ ਪਲੇਸ ਲੈ ਰਿਹਾ ਹੈ, ਕੋਈ ਗੁਰਦੁਆਰਾ ਸਾਹਿਬ ਨੂੰ ਇਸ ਨਜ਼ਰੀਏ ਨਾਲ ਦੇਖ ਰਿਹਾ ਕਿ ਇਹ ਕਰਮ ਕਾਂਡ, ਵਹਿਮ ਭਰਮ ਇਹ ਇਹਨਾਂ ਦਾ ਸਰੋਤ ਹੈ, ਕੇਂਦਰ ਬਣ ਚੁੱਕਾ ਹੈ। ਕੁਝ ਵਾਸਤੇ ਗੁਰਦੁਆਰਾ ਸਾਹਿਬ ਉਹ ਆਪੋ ਆਪਣੀ ਜਿੱਦ ਜਾਂ ਹਉਮੈ ਭੁਗਤਾਉਣ ਦਾ ਸੈਂਟਰ ਬਣਿਆ ਹੋਇਆ ਹੈ। ਪਰ ਇਤਿਹਾਸ ਦੇ ਵਿੱਚ ਤੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਜਿਹੜੇ ਗੁਰਦੁਆਰਾ ਸਾਹਿਬ ਸਾਨੂੰ ਦਿੱਤੇ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਧਰਮਸ਼ਾਲਾ ਆਖਿਆ ਗਿਆ, ਪੁਰਾਤਨ ਨਾਮ ਧਰਮਸ਼ਾਲਾ ਵਰਤਿਆ ਗਿਆ, ਜਿੱਥੇ ਧਰਮ ਦੀ ਜਾਣਕਾਰੀ ਦਿੱਤੀ ਜਾਏ, ਧਰਮ ਬਾਰੇ ਦੱਸਿਆ ਜਾਏ ਔਰ ਇਨਸਾਨ ਧਰਮੀ ਬਣ ਕੇ ਵਧੀਆ ਜ਼ਿੰਦਗੀ ਜੀ ਸਕੇ। ਕਿਉਂਕਿ ਸੋਹਣੇ ਸਮਾਜ ਦੀ ਨਿਹਾਰ ਬਣਾਉਣ ਵਾਸਤੇ, ਸਮਾਜ ਨੂੰ ਸੋਹਣਾ ਤਿਆਰ ਕਰਨ ਲਈ, ਸਮਾਜ ਦੀ ਦਿੱਖ ਜਾਂ ਉਹਦੀ ਨੁਹਾਰ ਚੰਗੀ ਬਣਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਪਲੇਸ ਆਰੰਭ ਕੀਤੇ, ਜਿੱਥੇ ਉਹ ਆਪ ਬੈਠੇ ਔਰ ਉਹਨਾਂ ਨੇ ਅਜਿਹਾ ਮਾਹੌਲ ਬਣਾਇਆ। ਤੁਸੀਂ ਕੰਪੈਰੀਜ਼ਨ ਦੇ ਵਿੱਚ ਦੇਖੋਗੇ, ਮੰਦਰ ਨੇ ਜਾਂ ਮੱਠ ਸਨ ਜਾਂ ਹੋਰ ਸਥਾਨ ਨੇ, ਉਹ ਕੇਵਲ ਇਬਾਦਤ ਗਾਹਾਂ ਤੇ ਸਨ ਜਾਂ ਪੂਜਾ ਦੇ ਸਥਾਨ ਤੇ ਸਨ, ਜਿੱਥੇ ਕੋਈ ਜਾ ਕੇ ਫੁੱਲ ਚੜਾ ਸਕਦਾ ਹੈ, ਜਿੱਥੇ ਕੋਈ ਅਗਰਬੱਤੀ ਬਾਲ ਸਕਦਾ ਹੈ ਜਾਂ ਕੋਈ ਆਰਤੀ ਕਰ ਸਕਦਾ ਹੈ। ਪਰ ਉੱਥੇ ਬੈਠ ਕੇ ਵਿਚਾਰ ਵਟਾਂਦਰੇ ਨਹੀਂ ਸਨ ਹੋਇਆ ਕਰਦੇ। ਇਹ ਪਹਿਲੀ ਵਾਰ ਗੁਰੂ ਮਹਾਰਾਜ ਜੀ ਨੇ ਅਜਿਹਾ ਕੀਤਾ। ਜਿਹੜੇ ਨਗਰ ਡਿਵੈਲਪ ਕੀਤੇ, ਨਗਰਾਂ ਦੇ ਵਿੱਚ ਜਿਹੜੇ ਸਥਾਨ ਬਣਾਏ, ਉਹਦੇ ਵਿੱਚ ਸਤਸੰਗਤ ਰੂਪ ਦੇ ਵਿੱਚ ਸਿੱਖ ਬੈਠ ਕੇ ਵਿਚਾਰ ਕਰਿਆ ਕਰਦੇ ਸਨ ਆਪਸ ਵਿੱਚ। ਔਰ ਉਹ ਸਮੁੱਚੀਆਂ ਵਿਚਾਰਾਂ ਹੁੰਦੀਆਂ ਸਨ ਕਿ ਅਸੀਂ ਆਪਣੇ ਆਪੇ ਨੂੰ ਚੰਗਾ ਕਿੱਦਾਂ ਬਣਾਉਣਾ ਹੈ ਤੇ ਸਮਾਜ ਵਾਸਤੇ ਸਾਡਾ ਕੀ ਫਰਜ਼ ਹੈ, ਅਸੀਂ ਸਮਾਜ ਲਈ ਕੀ ਚੰਗਾ ਤੇ ਬਿਹਤਰ ਕਰ ਸਕਦੇ ਹਾਂ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰਦੁਆਰਾ ਇਜ਼ ਅ ਸੈਂਟਰ ਆਫ ਲਰਨਿੰਗ। ਗੁਰਦੁਆਰਾ ਸਾਡੇ ਸਿੱਖਣ ਦਾ ਕੇਂਦਰ ਹੈ, ਨਾਟ ਏ ਪਲੇਸ ਆਫ ਵਰਸ਼ਿਪ। ਇਹ ਕੋਈ ਪੂਜਾ ਸਥਾਨ ਨਹੀਂ ਹੈਗਾ। ਅਸੀਂ ਇਹਨੂੰ ਕੇਵਲ ਪੂਜਾ ਦਾ ਸਥਾਨ ਬਣਾਵਾਂਗੇ ਤਾਂ ਫਿਰ ਇਹਦਾ ਉਹ ਕੰਮ ਮੁਕੰਮਲ ਨਹੀਂ ਹੋਵੇਗਾ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਦਿੱਤਾ ਸੀ। ਮੈਂ ਅੱਜ ਇਹ ਵਿਚਾਰ ਖਾਸ ਕਰਕੇ ਇਸ ਕਰਕੇ ਕਰ ਰਿਹਾ ਕਿਉਂਕਿ ਸਾਡੇ ਸਮਾਜ ਵਿੱਚੋਂ ਕੁਝ ਲੋਕ ਹਨ ਜਿਹੜੇ ਗੁਰਦੁਆਰੇ ਪ੍ਰਤੀ ਨੈਗੇਟਿਵ ਨਜ਼ਰੀਆ ਬਣਾ ਰਹੇ ਨੇ ਤੇ ਫੈਲਾ ਰਹੇ ਨੇ, ਤਾਂ ਕਿ ਸਾਡੀ ਗੁਰਦੁਆਰਿਆਂ ਤੋਂ ਨਫ਼ਰਤ ਬਣੇ, ਅਸੀਂ ਗੁਰਦੁਆਰਿਆਂ 'ਚ ਨਾ ਜਾਈਏ ਕਿ ਗੁਰਦੁਆਰਿਆਂ ਦੇ ਵਿੱਚ ਕੇਵਲ ਪੁਜਾਰੀਵਾਦ ਹੁੰਦਾ ਹੈ, ਗੁਰਦੁਆਰਿਆਂ ਦੇ ਵਿੱਚ ਕੇਵਲ ਕਰਮ ਕਾਂਡ ਹੁੰਦੇ ਨੇ, ਵਹਿਮ ਭਰਮ ਤੇ ਉੱਥੇ ਆਪਸੀ ਝਗੜੇ ਹੁੰਦੇ ਨੇ ਕਿ ਗੁਰਦੁਆਰੇ ਬੰਦ ਕਰ ਦਿੱਤੇ ਜਾਣ। ਨਹੀਂ, ਵੇਖੋ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਹ ਸ਼ਬਦ ਆਖੇ ਨੇ ਕਿ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਜਾਂ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ ਤੇ ਹੀ ਸਾਨੂੰ ਸਮਝ ਆਉਣੀ ਹੈ, ਕਿਉਂਕਿ ਗੁਰੂ ਕੇਂਦਰ ਹੈ, ਗੁਰੂ ਸੈਂਟਰ ਹੈ, ਤੇ ਉਹ ਪਲੇਸ ਸਾਡੇ ਲਈ ਬੜੀ ਮਹੱਤਵਪੂਰਨ ਥਾਂ ਰੱਖਦਾ ਹੈ, ਜਿੱਥੇ ਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਸੈਲਫ ਡਿਸੀਜ਼ਨ ਲੈਣੇ ਸਿਖਾਏ। ਤੁਸੀਂ ਹਿਸਟਰੀ ਦੇ ਵਿੱਚ ਵੇਖੋ, ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ 10ਮ ਪਾਤਸ਼ਾਹ ਤੱਕ ਸਾਡੇ ਲਈ ਗੁਰਦੁਆਰਿਆਂ ਦੇ ਵਿੱਚ ਜਿੱਥੇ ਸੈਲਫ ਗੁਰੂ ਮਹਾਰਾਜ ਜੀ ਨੇ ਡਿਫੈਂਸ ਦੀ ਤਿਆਰੀ ਕਰਾਈ ਹੈ, ਗੁਰੂ ਮਹਾਰਾਜ ਜੀ ਨੇ ਸਾਡੇ ਵਾਸਤੇ ਸੈਲਫ ਲਰਨਿੰਗ ਦੀ ਤਿਆਰੀ, ਜਿੱਥੇ ਕਹਿ ਲਓ ਕਿ ਸੈਲਫ ਸਟੱਡੀ ਸਿੱਖ ਉੱਤੇ ਕਰ ਸਕਦਾ ਹੈ, ਆਪਣੀ ਅਧਿਆਤਮਿਕ ਦੀ ਤਿਆਰੀ, ਆਪਣੀ ਸੋਚ ਨੂੰ ਉਚੇਰਾ ਕਰਨ ਲਈ ਉੱਥੇ ਉਹ ਪੜ੍ਹਾਈ ਕਰੇ। ਫਿਰ ਗੁਰੂ ਮਹਾਰਾਜ ਜੀ ਨੇ ਉੱਥੋਂ ਗੁਰਮੁਖੀ ਆਰੰਭ ਕੀਤੀ, ਭਾਸ਼ਾ ਜਿਹੜੀ ਸਮੇਂ ਦੀ ਜਿਹੜੀ ਲੈਂਗੁਏਜ ਹੈ ਉਹਨੂੰ ਕਿਵੇਂ ਪ੍ਰਮੋਟ ਕੀਤਾ ਜਾਏ ਗੁਰਦੁਆਰਾ ਸਾਹਿਬ ਤੋਂ ਹੀ। ਇਸ ਤਰ੍ਹਾਂ ਇਹ ਸੈਲਫ ਡਿਸੀਜ਼ਨ ਦੇ ਗੁਰੂ ਮਹਾਰਾਜ ਜੀ ਨੇ ਜਿਹੜੇ ਸਾਨੂੰ ਤਿਆਰੀਆਂ ਕਰਾਈਆਂ, ਉਹ ਵੀ ਗੁਰਦੁਆਰਾ ਸਾਹਿਬ ਪਲੇਸ ਦੇ ਵਿੱਚ ਹੀ। ਔਰ ਕੇਵਲ ਇੱਥੇ ਬਸ ਨਹੀਂ, ਤੁਸੀਂ ਵੇਖੋ ਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਕਨਵਰਸੇਸ਼ਨ ਕਰਨੀ, ਡਿਸਕਸ਼ਨ ਕਰਨੀਆਂ, ਡਿਬੇਟਸ ਕਰਨੀਆਂ, ਇਹ ਸਾਰੀਆਂ ਗੁਰੂ ਮਹਾਰਾਜ ਨੇ ਗੁਰਦੁਆਰੇ ਦੇ ਵਿਹੜੇ ਦੇ ਵਿੱਚ ਹੀ ਸਾਨੂੰ ਤਿਆਰੀਆਂ ਕਰਾਈਆਂ ਨੇ, ਜਿਹਦੀ ਉਦਾਹਰਨ ਸਿੱਧ ਗੋਸ਼ਟ ਬਾਣੀ ਹੈ। ਔਰ ਪੋਲੀਟੀਸ਼ੀਅਨ ਸਮਾਜ ਵਾਸਤੇ ਚੰਗੇ ਘੜੇ ਜਾਣ, ਚੰਗੇ ਪ੍ਰੀਚਰ ਤਿਆਰ ਕੀਤੇ ਜਾਣ, ਚੰਗੇ ਵਲੰਟੀਅਰ ਬਣਨ, ਇਹ ਸਾਰਾ ਕੁਝ ਇਸ ਪਲੇਸ ਦੇ ਵਿੱਚੋਂ ਹੀ ਤਿਆਰ ਹੋ ਕੇ ਨਿਕਲਿਆ। ਤੁਸੀਂ ਦੇਖੋ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੋਇੰਦਵਾਲ ਗੁਰੂ ਦੇ ਦਰ ਤੇ ਉਹ ਰਹਿ ਕੇ ਇੰਨੀ ਉਚੇਰੀ ਵਿਦਿਆ ਤੇ ਇੰਨੀ ਆਪਣੀ ਤਿਆਰੀ ਕਰ ਚੁੱਕੇ ਸਨ ਕਿ ਅਕਬਰ ਦੇ ਦਰਬਾਰ 'ਚ ਜਾ ਕੇ ਉਹਦੀ ਸੰਤੁਸ਼ਟੀ ਕਰਾਈ ਹੈ।
ਇੱਥੋਂ ਹੀ ਪ੍ਰਚਾਰਕ ਪੈਦਾ ਹੋਏ, ਮੰਜੀਆਂ ਤੇ ਪੀੜੇ ਸਥਾਪਿਤ ਕੀਤੇ ਗਏ। ਗੁਰੂ ਮਹਾਰਾਜ ਜੀ ਨੇ ਸੈਲਫ ਡਿਫੈਂਸ ਦੀ ਵੀ ਤਿਆਰੀ ਸਾਨੂੰ ਗੁਰਦੁਆਰਿਆਂ ਦੇ ਵਿੱਚ ਦਿੱਤੀ, ਜਿਹਦੀ ਉਦਾਹਰਨ ਹੋਲੇ ਮਹੱਲੇ ਨੇ, ਕਿ ਸਮਾਜ ਨੂੰ ਕਿਸੇ ਵੀ ਤਰੀਕੇ ਦੀ ਲੋੜ ਪਵੇ, ਭਾਵੇਂ ਅਸੀਂ ਢਾਲ ਬਣ ਕੇ ਖੜ ਜਾਈਏ, ਭਾਵੇਂ ਕਿਸੇ ਨੂੰ ਜਵਾਬ ਦੇਣਾ ਪਵੇ, ਸਾਨੂੰ ਜਾ ਕੇ ਬਨਾਰਸ ਦੇ ਵਿੱਚ ਭਾਈ ਗੁਰਦਾਸ ਵਾਂਗਰ ਉੱਥੇ ਜਾ ਕੇ ਵਿਚਾਰਾਂ ਤੇ ਦਲੀਲਾਂ ਪੇਸ਼ ਕਰਨੀਆਂ ਪੈਣ, ਉਹਦੇ ਲਈ ਗੁਰਦੁਆਰਿਆਂ ਦੇ ਵਿੱਚ ਤਿਆਰੀਆਂ ਹੋਈਆਂ। ਇਹ ਮੁਕੰਮਲ ਰੂਪ ਹੈ ਇਤਿਹਾਸ ਦੇ ਵਿੱਚ। ਅਸੀਂ ਕਿੱਦਾਂ ਛੱਡ ਸਕਦੇ ਹਾਂ ਇਹ ਸਥਾਨ, ਕਿੱਦਾਂ ਨੂੰ ਤੋਂ ਮੂੰਹ ਮੋੜ ਸਕਦੇ ਹਾਂ? ਇਹ ਠੀਕ ਹੈ ਕਿ ਕੁਝ ਗਲਤੀਆਂ ਖਾਮੀਆਂ ਗੁਰਦੁਆਰਿਆਂ ਦੇ ਵਿੱਚ ਆ ਵੜੀਆਂ ਨੇ। ਕਰਮ ਕਾਂਡ ਵਹਿਮ ਭਰਮ ਗੁਰਦੁਆਰਿਆਂ ਦੇ ਵਿੱਚੋਂ ਕੱਢਣ ਦੀ ਲੋੜ ਹੈ। ਆਪ ਨਾ ਗੁਰਦੁਆਰਾ ਜਾਣਾ ਬੰਦ ਕਰ ਦਈਏ। ਗੁਰਦੁਆਰਿਆਂ ਦੇ ਵਿੱਚ ਝਗੜੇ ਬੰਦ ਕਰਾਉਣ ਦੀ ਲੋੜ ਹੈ। ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨੇ ਬੰਦ ਨਾ ਕਰੀਏ ਆਪਾਂ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਸ ਥਾਂ ਨੂੰ ਉਸੇ ਹੀ ਪਾਕ ਥਾਂ ਤੇ ਲੈ ਕੇ ਜਾਈਏ ਜੋ ਗੁਰੂ ਮਹਾਰਾਜ ਜੀ ਦਾ ਆਦਰਸ਼ ਸੀ। ਇਹਦੇ ਵਾਸਤੇ ਗੁਰੂ ਮਹਾਰਾਜ ਚਾਹੁੰਦੇ ਸਨ। ਔਰ ਅਸੀਂ ਗੁਰਦੁਆਰੇ ਕੇਵਲ ਗੇੜੇ ਲਾਉਣ ਲਈ ਪਰਿਕਰਮਾ ਕਰਕੇ ਪ੍ਰਸ਼ਾਦ ਚੜਾ ਕੇ ਘਰ ਨਾ ਆਈਏ। ਭਾਵੇਂ ਦਰਬਾਰ ਸਾਹਿਬ ਹੋਵੇ, ਭਾਵੇਂ ਇਤਿਹਾਸਕ ਸਥਾਨ ਹੋਣ, ਭਾਵੇਂ ਸਾਡੇ ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰਾ ਸਥਾਨ ਕਿਉਂ ਨਾ ਹੋਣ, ਉੱਥੋਂ ਦੀਆਂ ਕਮੇਟੀਆਂ ਨੂੰ ਵੀ ਕੁਝ ਸੋਚਣਾ ਪਏਗਾ ਕਿ ਆਖਿਰ ਸੰਗਤ ਆ ਰਹੀ ਹੈ ਤੇ ਗੁਰੂ ਪ੍ਰਤੀ ਆ ਰਹੀ ਹੈ। ਗੁਰੂ ਦਾ ਮੈਸੇਜ ਡਿਲੀਵਰ ਕਿਵੇਂ ਕੀਤਾ ਜਾਏ, ਗੁਰੂ ਦੀ ਵਿਚਾਰ ਨੂੰ ਕਿੱਦਾਂ ਹੋਰਾਂ ਤੱਕ ਪਹੁੰਚਾਇਆ ਜਾਏ, ਇਹਦੇ ਲਈ ਪੂਰੀ ਮੁਕੰਮਲ ਪਲਾਨਿੰਗ ਕਰਨ ਦੀ ਲੋੜ ਹੈ। ਜਿੱਥੇ ਸੰਗਤ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਗੁਰਦੁਆਰੇ ਗੁਰੂ ਸ਼ਬਦ ਤੇ ਅਕੀਦਾ ਤੇ ਭਰੋਸਾ ਰੱਖ ਕੇ ਜਾ ਰਹੇ ਹਾਂ। ਕੇਵਲ ਫੁੱਲ ਬੂਟੇ ਚੜਾਉਣ ਨਹੀਂ ਜਾ ਰਹੇ ਆਪਾਂ ਉੱਥੇ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਹਨਾਂ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਫਿਰ ਭਾਵੇਂ 100 ਗੇੜੇ ਲਾਈਏ, ਕੁਝ ਨਹੀਂ ਸਵਰਨਾ। ਗੁਰੂ ਤੇ ਪ੍ਰਤੀਤ ਵਿਸ਼ਵਾਸ ਬਣਾਉਣਾ ਪਏਗਾ, ਜਿਹਦੇ ਕਰਕੇ ਉਸ ਪਲੇਸ ਤੇ ਜਾ ਰਹੇ ਹਾਂ। ਸਾਰਾ ਇਤਿਹਾਸ ਗਵਾਇਆ ਕਿ ਜਿੱਥੇ ਵੱਡੇ ਵੱਡੇ ਵਿਦਵਾਨ, ਸੂਰਮੇ, ਯੋਧੇ, ਅਕਲਮੰਦ, ਜਿੱਥੇ ਪਾਲਿਸੀ ਮੇਕਰ, ਇਹ ਸਾਰੇ ਉੱਥੋਂ ਤਿਆਰ ਹੋ ਕੇ ਨਿਕਲੇ। ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਭਾਈ ਬਚਿੱਤਰ ਸਿੰਘ, ਭਾਈ ਮਨੀ ਸਿੰਘ, ਇਹ ਸਾਰੇ ਉਸ ਥਾਂ ਦੀ ਘਾੜਤ ਹਨ। ਇਹ ਜ਼ਰੂਰੀ ਹੈ ਕਿ ਆਪਾਂ ਉਹਨੂੰ ਉਦਾਂ ਹੀ ਵਰਤ ਲਈਏ। ਤੇ ਅਖੀਰ 'ਚ ਮੈਂ ਕਹਿਣਾ ਚਾਹੁੰਦਾ ਕਿ ਗੁਰਦੁਆਰਾ ਕਮੇਟੀਆਂ ਧਿਆਨ ਦੇਣ। ਸਾਰੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈ। ਅਸੀਂ ਇੰਨੇ ਘੱਲੂਘਾਰੇ ਹੰਢਾ ਕੇ, ਇੰਨਾ ਲੰਮਾ ਸਫ਼ਰ ਕਰਕੇ, ਤੇ ਹੁਣ ਅੱਜ ਪੂਰੀ ਕੌਮ ਨੂੰ ਗੁਰਦੁਆਰਿਆਂ ਨਾਲ ਜੋੜ ਕੇ ਚੱਲ ਰਹੇ ਹਾਂ। ਸਾਡੇ ਜੰਮਣੇ ਮਰਨੇ ਸਾਰੇ ਗੁਰਦੁਆਰਿਆਂ ਦੇ ਵਿੱਚ ਨੇ। ਸੰਗਤ ਸਭ ਕੁਝ ਦੇਣ ਨੂੰ ਤਿਆਰ ਬੈਠੀ ਹੈ ਗੁਰਦੁਆਰਿਆਂ ਨੂੰ, ਪਰ ਅਸੀਂ ਉੱਥੇ ਪਾਲਿਸੀਆਂ ਬਣਾਈਏ, ਉੱਥੇ ਆਪਣਾ ਹੋਮਵਰਕ ਕਰੀਏ ਕਿ ਅਸੀਂ ਪਿਛਲੇ 50 ਸਾਲਾਂ ਤੋਂ ਕੀ ਰਿਜ਼ਲਟ ਕੱਢਿਆ ਹੈ, ਅੱਗੇ ਸਾਡੀ 50 ਸਾਲ ਦੀ ਕੀ ਪਲਾਨਿੰਗ ਹੋਣੀ ਚਾਹੀਦੀ ਹੈ। ਮੈਂ ਇਹਦੀ ਇੱਕ ਉਦਾਹਰਨ ਦੇਣਾ ਚਾਹੁੰਦਾ। USA ਦੇ ਵਿੱਚ, ਅਮਰੀਕਾ ਦੇ ਵਿੱਚ, ਮਿਸ਼ੀਗਨ ਸਿੰਘ ਸਭਾ ਗੁਰਦੁਆਰਾ ਡਿਟਰੋਇਟ ਦੇ ਵਿੱਚ, ਮੈਂ ਉੱਥੇ ਆਪ ਦੇਖ ਕੇ ਆਇਆ। ਬਕਾਇਦਾ ਗੁਰਦੁਆਰਾ ਕਮੇਟੀ ਨੇ ਪੂਰੀ ਸੰਗਤ ਨੂੰ ਵਿੱਚ ਇਨਵੋਲਵ ਕੀਤਾ। ਉੱਥੇ ਕੋਈ ਪ੍ਰਧਾਨ, ਕੋਈ ਸੈਕਟਰੀ ਵੱਖਰਾ ਨਹੀਂ ਹੈਗਾ। ਸਾਰੀ ਸੰਗਤ ਇਨਵੋਲਵ ਹੈ, ਕਿਉਂਕਿ ਸੰਗਤ ਵਿੱਚ ਦੋ ਫਾੜ ਹੁੰਦੀਆਂ ਨੇ, ਕਮੇਟੀਆਂ ਬਣਦੀਆਂ ਨੇ, ਲੜਾਈ ਝਗੜੇ ਖੜੇ ਹੁੰਦੇ ਨੇ। ਸਾਰੀ ਸੰਗਤ ਹੀ ਗੁਰਦੁਆਰੇ ਇਨਵੋਲਵ ਐਜ਼ ਏ ਕਿ ਜ਼ਿੰਮੇਵਾਰ, ਸਾਰੇ ਜ਼ਿੰਮੇਵਾਰ ਨੇ ਉੱਥੇ। ਉਹਨਾਂ ਨੇ ਪੰਚਾਇਤੀ ਸਿਸਟਮ ਲਾਗੂ ਕੀਤਾ। ਜਿਵੇਂ ਗੁਰੂ ਮਹਾਰਾਜ ਨੇ 5 ਪਿਆਰਾ ਸਿਸਟਮ ਨਿਜ਼ਾਮ ਪੈਦਾ ਕੀਤਾ, ਉਹ ਉਹਨਾਂ ਨੇ ਲਾਗੂ ਕਰਤਾ ਕਿ ਗੁਰਦੁਆਰੇ ਦੇ ਇਨਸਾਈਡ ਹਾਲ ਦੇ ਵਾਸਤੇ 5 ਨੁਮਾਇੰਦੇ ਚੁਣ ਲਏ ਗਏ ਜ਼ਿੰਮੇਵਾਰ। ਇਸੇ ਤਰੀਕਾ ਪਾਰਕਿੰਗ ਸਾਈਡ ਦੇ 5 ਜਾਣੇ, ਲੰਗਰ ਹਾਲ ਵਾਸਤੇ 5 ਜਾਣੇ, ਕੈਸ਼ੀਅਰ 5 ਜਾਣੇ ਨੇ, 5 ਜਾਣੇ ਸਟੇਜ ਸੈਕਟਰੀ ਨੇ, ਉਹਦੇ ਵਿੱਚ ਬੱਚੇ ਤੇ ਨੌਜਵਾਨ ਤੇ ਬੀਬੀਆਂ ਵੀ ਸ਼ਾਮਲ ਨੇ। 5 ਜਾਣੇ ਸਟੇਜ ਦੀ ਤਿਆਰੀ ਵਾਸਤੇ ਨੇ ਕਿ ਕਿਹਨੂੰ ਬੁਲਾਉਣਾ ਹੈ, ਕੀ ਬੁਲਵਾਉਣਾ ਹੈ, ਸਟੇਜ ਦੇ ਨਿਯਮ ਕੀ ਹੋਣੇ ਚਾਹੀਦੇ ਨੇ, ਉੱਥੇ ਅਸੀਂ ਕੀ ਬੋਲੀਏ, ਕਿਹੜੀਆਂ ਗੱਲਾਂ ਤੋਂ ਗੁਰੇਜ਼ ਕਰੀਏ। ਇਹ ਸਾਰੀ ਪਾਲਿਸੀ ਉਹਨਾਂ ਨੇ 5-5 ਕਰਕੇ ਇਦਾਂ ਵੰਡੀ ਹੋਈ ਹੈ। ਔਰ ਇੰਨਾ ਵਧੀਆ ਗੁਰਦੁਆਰਾ ਰਨ ਹੋ ਰਿਹਾ। ਫਿਰ ਜਿੰਨੇ ਵੀ ਉਹ ਸੰਗਤ ਦੇ ਮੈਂਬਰ ਗੁਰਦੁਆਰਾ ਸਿਸਟਮ ਨਾਲ ਜੁੜ ਗਏ ਨੇ, ਉਹਦੇ ਐਜ਼ ਏ ਵਲੰਟੀਅਰ ਨੇ, ਮੈਂਬਰ ਬਣੇ ਨੇ, ਉਹਨਾਂ ਦੇ ਬੈਂਕ ਵਿੱਚੋਂ ਗੁਰਦੁਆਰੇ ਦੇ ਜਿਹੜੇ ਸਾਂਝਾ ਅਕਾਊਂਟ ਹੈ, ਉਹਦੇ 'ਚ ਆਪਣੇ ਆਪ ਉਹਨਾਂ ਦੀ ਮੈਂਬਰਸ਼ਿਪ ਟਰਾਂਸਫਰ ਹੋ ਜਾਂਦੀ ਹੈ। ਉਹਨਾਂ ਦੀ ਮੈਂਬਰਸ਼ਿਪ ਆਉਂਦੀ ਹੈ ਹਰ ਮਹੀਨੇ। ਪੈਸੇ ਦਾ ਵੀ ਕੋਈ ਘਾਟਾ ਨਹੀਂ ਰਹਿ ਜਾਂਦਾ, ਜਿਹਦੀ ਸਾਨੂੰ ਹਮੇਸ਼ਾ ਲੋੜ ਲੱਗਦੀ ਹੈ। ਇਸ ਕਰਕੇ ਅਸੀਂ ਪੈਸੇ ਤੇ ਗੁਰਦੁਆਰੇ ਦੇ ਖਰਚੇ ਭੁਗਤਾਉਣ ਲਈ ਅਸੀਂ ਕਰਮਕਾਂਡ, ਅਖੰਡ ਪਾਠ, ਸੰਪਟ ਪਾਠ, ਹੋਰ ਵਾਧੂ ਦੇ ਅਸੀਂ
ਪਖੰਡ ਗੁਰਦੁਆਰਿਆਂ 'ਚ ਸ਼ੁਰੂ ਕਰਦੇ ਆ, ਕਿਉਂਕਿ ਮਜਬੂਰੀ ਬਣ ਜਾਂਦੀ ਹੈ, ਪੈਸਾ ਕਿੱਥੋਂ ਆਏਗਾ। ਇਹ ਸਾਰਾ ਪ੍ਰਬੰਧ ਸਾਨੂੰ ਕਰਨਾ ਚਾਹੀਦਾ, ਸੋਚਣਾ ਚਾਹੀਦਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਦਰਬਾਰ ਸਾਹਿਬ ਬਣਾਉਣ ਤੋਂ ਪਹਿਲਾਂ ਨਗਰ ਬਣਾਇਆ ਹੈ ਅੰਮ੍ਰਿਤਸਰ, ਤੇ ਉਦੋਂ ਗੁਰੂ ਮਹਾਰਾਜ ਜੀ ਨੇ ਉੱਥੇ ਵੱਡੇ ਵੱਡੇ ਬਿਜ਼ਨਸਮੈਨ ਨਹੀਂ ਸਨ ਸੱਦੇ, ਬਿਜ਼ਨਸ ਆਰੰਭ ਕਰਵਾਇਆ, ਉੱਥੇ ਵਪਾਰੀ ਸੱਦੇ, ਤਾਂ ਕਿ ਵਪਾਰ ਦੇ ਰਾਹੀਂ ਉਹ ਜਿਹੜਾ ਪੈਸਾ ਆਏਗਾ, ਤੁਸੀਂ ਉਸ ਵੇਲੇ ਵੇਖੋ ਪੰਜਾਬ ਦੀ ਇਕਨੋਮੀ ਕਿੱਥੇ ਚਲੀ ਗਈ ਸੀ, ਪੈਸੇ ਦਾ ਕੋਈ ਘਾਟਾ ਨਹੀਂ ਰਿਹਾ। ਕਿਸੇ ਵੀ ਕਾਰਜ ਵਾਸਤੇ ਸੰਗਤਾਂ ਨੇ ਵੱਧ ਚੜਾ ਕੇ ਪੈਸਾ ਦਿੱਤਾ, ਅੱਜ ਵੀ ਦੇਣ ਨੂੰ ਤਿਆਰ ਹੈ, ਪਰ ਅਸੀਂ ਸੰਗਤ ਦਾ ਬਹੁਤ ਕੀਮਤੀ ਸਮਾਂ ਤੇ ਸਰਮਾਇਆ ਪੱਥਰਾਂ ਤੇ, ਸੋਨੇ ਤੇ, ਇਮਾਰਤਾਂ ਤੇ, ਜਾਂ ਉਹਨਾਂ ਨੂੰ ਚੌਰ ਤੇ ਪਾਲਕੀਆਂ ਦੇ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ। ਸਹੀ ਪਾਸੇ ਲਾਵਾਂਗੇ, ਸਾਡੇ ਕੋਲ ਵਰਕ ਹੋਵੇ, ਸਾਡੇ ਕੋਲ ਲਿਸਟ ਹੋਣੀ ਚਾਹੀਦੀ ਹੈ। ਗੁਰਦੁਆਰੇ ਜਿੰਨੀ ਸੰਗਤ ਆਉਂਦੀ ਹੈ ਉਹਦੇ ਵਿੱਚੋਂ ਦੀ ਚੋਣ ਕਰੋ ਕਿ ਉਹਦੇ ਵਿੱਚ ਜਿਹੜੇ ਜਿਨ੍ਹਾਂ ਕੋਲ ਕੋਈ ਸਕਿੱਲ ਹੈ, ਕੋਈ ਕਿਸੇ ਕੋਲ ਹੁਨਰ ਹੈ, ਕੋਈ ਕਿਸੇ ਵਿੱਚ ਖਾਸੀਅਤ ਰੱਖਦਾ ਹੈ, ਉਹਨਾਂ ਦੀ ਲਿਸਟ ਬਣਾਓ। ਕਿਉਂ ਕੋਈ ਵਡਭਾਗ ਸਿੰਘ ਦੇ ਡੇਰੇ ਤੇ ਜਾਏਗਾ? ਮਾਨਸਿਕ ਲੈਵਲ ਤੇ ਅਗਰ ਕੋਈ ਪਰੇਸ਼ਾਨ ਹੈ, ਪ੍ਰੋਬਲਮ ਹੈ, ਕਿਸੇ ਬੀਬੀ ਦਾ ਸਿਰ ਹਿੱਲਣ ਲੱਗ ਪਿਆ, ਕਿਉਂ ਕੋਈ ਡੇਰੇ 'ਚ ਲੈ ਕੇ ਜਾਏਗਾ? ਕਿਉਂ ਜੋਤਸ਼ੀ ਪਾਂਡੇ ਪੰਡਤਾਂ ਕੋਲ ਕੋਈ ਲੈ ਕੇ ਜਾਏਗਾ? ਜੇ ਸਾਡੇ ਕੋਲ ਗੁਰਦੁਆਰੇ ਦੇ ਵਿੱਚ ਕਾਉਂਸਲਿੰਗ ਕਰਨ ਵਾਲਿਆਂ ਦੀ ਲਿਸਟ ਹੋਏਗੀ ਕਿ ਸਾਨੂੰ ਪਤਾ ਲੱਗੇ ਸਾਡੇ ਪਿੰਡ ਤੇ ਸ਼ਹਿਰ ਦੇ ਵਿੱਚ, ਸਾਡੀ ਸਿਟੀ ਦੇ ਵਿੱਚ ਕੋਈ ਕਿਸੇ ਨੂੰ ਪ੍ਰੋਬਲਮ ਹੈ, ਜੋ ਸੰਗਤ ਦਾ ਹਿੱਸਾ ਸੀ, ਉਹ ਗੁਰਦੁਆਰੇ ਦੇ ਵਿੱਚ ਉਹਦੀ ਕਾਉਂਸਲਿੰਗ ਕਰਾਓ। ਜੇ ਕੋਈ ਫਿਜ਼ੀਕਲੀ ਪ੍ਰੋਬਲਮ ਦੇ ਵਿੱਚ ਹੈ, ਉੱਥੇ ਡਾਕਟਰਾਂ ਦੀ ਲਿਸਟ ਬਣਾਈ ਜਾਵੇ ਗੁਰਦੁਆਰੇ 'ਚ, ਵਕੀਲ ਸਾਡੇ ਕੋਲ ਹੋਣ, ਸਾਡੀਆਂ ਜੇਬਾਂ ਕੱਟਣੀਆਂ ਬੰਦ ਹੋ ਜਾਣਗੀਆਂ। ਅਸੀਂ ਜੇਬਾਂ ਕਟਵਾ ਰਹੇ ਹਾਂ ਆਪਣੀਆਂ। ਸੋ ਗੁਰੂ ਸਵਾਰਿਓ, ਸਾਰਾ ਕੁਝ ਹੋ ਸਕਦਾ ਹੈ। ਅਸੀਂ ਨੈਗੇਟਿਵ ਨਾ ਬਣਾਈਏ ਗੁਰਦੁਆਰੇ ਪ੍ਰਤੀ ਸੋਚ, ਆਪਣੀ ਪੋਜ਼ਿਟਿਵ ਰੱਖੀਏ ਆਪਣੀ ਸੋਚ। ਜਿਵੇਂ ਗੁਰੂ ਮਹਾਰਾਜ ਨੇ ਇਹਨੂੰ ਠੀਕ ਤਰੀਕੇ ਨਾਲ ਵਰਤਿਆ, ਅਸੀਂ ਵੀ ਵਰਤ ਸਕਦੇ ਹਾਂ। ਸੋ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਭਰਾਵੋ ਵੀਰੋ, ਕਿ ਸਾਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਹੈ, ਸੀਰੀਅਸ ਹੋਵੋ। ਕੇਵਲ ਅਸੀਂ ਹੋਰ ਸੰਸਥਾਵਾਂ ਨੂੰ, RSS ਵਾਲਿਆਂ ਨੂੰ, ਬਜਰੰਗ ਦਲ, ਸ਼ਿਵ ਸੈਨਾ, ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਤੁਮਤਾਂ ਲਾਉਂਦੇ ਰਹਾਂਗੇ ਜਾਂ ਉਹਨਾਂ ਨੂੰ ਭੰਡਦੇ ਰਹਾਂਗੇ, ਇਹਦੇ ਨਾਲ ਹੱਲ ਸਾਡਾ ਨਹੀਂ ਨਿਕਲ ਰਿਹਾ। ਉਹਨਾਂ ਦਾ ਤੇ ਕੰਮ ਸਰ ਰਿਹਾ ਹੈ, ਕਿਉਂਕਿ ਉਹਨਾਂ ਨੇ ਇੱਕ ਇੱਕ ਬੰਦੇ ਦੀ ਤਿਆਰੀ ਕਰਾਈ ਹੈ। ਉਹ ਕਲਾਸਾਂ ਲਾਉਂਦੇ ਨੇ, ਫਿਰ ਉਹਨਾਂ ਨੇ ਵੱਡੇ ਜਥੇਬੰਦੀ ਦਾ ਉਹਨੂੰ ਹਿੱਸਾ ਬਣਾਉਣਾ ਹੁੰਦਾ ਹੈ। ਇਸੇ ਨੂੰ ਗੁਰੂ ਮਹਾਰਾਜ ਜੀ ਨੇ ਸਾਨੂੰ ਜਮਾਤ ਸਤ ਸੰਗਤ ਦਿੱਤੀ ਸੀ, ਗੁਰਦੁਆਰੇ ਦੇ ਵਿਹੜੇ ਬਣਾ ਕੇ, ਜਿੱਥੇ ਅਸੀਂ ਬੈਠ ਕੇ ਵਿਚਾਰਾਂ ਕਰ ਸਕੀਏ। ਉੱਥੋਂ ਹੀ ਥਿੰਕ ਟੈਂਕ ਪੈਦਾ ਹੋ ਕੇ ਨਿਕਲ ਸਕਦਾ ਹੈ। ਬੱਚੇ ਨੂੰ ਇਨਵੋਲਵ ਕੀਤਾ ਜਾ ਸਕਦਾ ਹੈ, ਜੇ ਅਸੀਂ ਸਾਰੇ ਚਾਹਾਂਗੇ ਤਾਂ, ਇਮਾਨਦਾਰੀ ਦਿਖਾਵਾਂਗੇ ਤਾਂ। ਸੋ ਗੁਰੂ ਮਹਾਰਾਜ ਭਲੇ ਕਰਨ। ਜਬ ਲਗ ਸ਼ਬਦ ਨਾ ਭੇਦੀ ਹੈ, ਕਿਉਂ ਸੋ ਹੈ ਗੁਰਦੁਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।